ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਸ਼੍ਰੀ ਹਰਗੋਬਿੰਦਪੁਰੇ ਦੀ ਧਰਤੀ ਤੇ ਬਿਰਾਜਮਾਨ ਨੇ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ ਨੇ। ਬੇਸ਼ਕੀਮਤੀ ਭੇਟਾਵਾਂ ਸਤਿਗੁਰੂ ਜੀ ਨੂੰ ਅਰਪਣ ਕਰਦੇ ਨੇ। ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਸਭ ਤੋਂ ਵਧੀਆ ਪਸੰਦੀਦਾ ਭੇਟਾ ਉਸ ਵੇਲੇ ਵਧੀਆ ਸ਼ਸਤਰ ਵਧੀਆ ਘੋੜੇ ਹੋਇਆ ਕਰਦੀ ਸੀ, ਜਾਂ ਵਧੀਆ ਜਵਾਨੀਆਂ ਭਾਵ ਜਿਹੜੇ ਨੌਜਵਾਨ ਗੱਭਰੂ ਆਪਾ ਸਮਰਪਣ ਕਰਨ ਹਿੱਤ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਂਦੇ ਸੀ। ਸਤਿਗੁਰੂ ਜੀ ਉਹਨਾਂ ਨੌਜਵਾਨ ਗੁਰਸਿੱਖਾਂ 'ਤੇ ਬਹੁਤ ਪ੍ਰਸੰਨ ਹੋਇਆ ਕਰਦੇ ਸੀ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਪੱਛਮ ਦੇ ਇਲਾਕੇ 'ਚੋਂ ਸੰਗਤ ਆਈ। ਇਸੇ ਸੰਗਤ ਦੇ ਵਿੱਚ ਪਿਸ਼ਾਵਰ ਦਾ ਰਹਿਣ ਵਾਲਾ ਇੱਕ ਗੁਰਸਿੱਖ ਆਇਆ, ਜਿਸ ਦਾ ਨਾਮ ਹੈ ਭਾਈ ਸੁਭਾਗਾ। ਭਾਈ ਸੁਭਾਗਾ ਗੁਰੂ ਘਰ ਦਾ ਬੜਾ ਅਨੰਨ ਸ਼ਰਧਾਲੂ ਗੁਰਸਿੱਖ ਹੈ। ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲਾ ਗੁਰਸਿੱਖ ਹੈ। ਇਹਨੇ ਸਤਿਗੁਰੂ ਜੀ ਨੂੰ ਭੇਟ ਕਰਨ ਦੇ ਵਾਸਤੇ 5 ਘੋੜੇ ਖਰੀਦੇ ਨੇ। ਇੱਕ ਘੋੜੇ ਦੀ ਕੀਮਤ ਉਸ ਵਕਤ ਦਾ 1 ਲੱਖ ਰੁਪਈਆ ਹੈ। ਅੱਜ ਦੀ ਕੀਮਤ ਦੇ ਹਿਸਾਬ ਨਾਲ ਇਹ ਅਰਬਾਂ ਰੁਪਏ ਕੀਮਤ ਬਣੇਗੀ। ਸੋ ਉਸ ਗੁਰਸਿੱਖ ਨੇ ਇੰਨੇ ਪੈਸੇ ਧਨ ਖਰਚ ਕੇ ਸਤਿਗੁਰੂ ਜੀ ਦੇ ਵਾਸਤੇ 5 ਘੋੜੇ ਖਰੀਦੇ ਨੇ। ਔਰ ਇਹ ਘੋੜੇ ਲੈ ਕੇ ਭਾਈ ਸੁਭਾਗਾ ਸੰਗਤ ਦੇ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਉਂਦਾ। ਘੋੜੇ ਸਤਿਗੁਰੂ ਜੀ ਨੂੰ ਭੇਟ ਕਰਦਾ। ਗੁਰੂ ਸਾਹਿਬ ਜੀ ਨੇ ਉਸ ਸਿੱਖ ਨੂੰ ਬੇਅੰਤ ਬਖਸ਼ਿਸ਼ਾਂ ਦੇ ਕੇ ਬੇਅੰਤ ਅਸੀਸਾਂ ਦੇ ਕੇ ਤੋਰਿਆ। ਉਹਦੀਆਂ ਝੋਲੀਆਂ ਸਤਿਗੁਰੂ ਨੇ ਖੁਸ਼ੀਆਂ ਨਾਲ ਭਰ ਦਿੱਤੀਆਂ। ਉਹਨਾਂ ਘੋੜਿਆਂ ਦਾ ਸਤਿਗੁਰੂ ਜੀ ਨੇ ਕੀ ਕੀਤਾ, ਉਹਦਾ ਜ਼ਿਕਰ ਭਾਈ ਸੰਤੋਖ ਸਿੰਘ ਜੀ ਨੇ ਅਗਲੇ ਪ੍ਰਸੰਗ ਵਿੱਚ ਕੀਤਾ ਹੈ। ਕਿਵੇਂ ਸਤਿਗੁਰੂ ਜੀ ਨੇ ਉਹ ਘੋੜੇ ਆਪਣੇ ਪਿਆਰ ਵਾਲੇ ਗੁਰਸਿੱਖਾਂ ਨੂੰ ਦਿੱਤੇ ਨੇ, ਔਰ ਕਿਵੇਂ ਸਤਿਗੁਰੂ ਜੀ ਨੇ ਉਹਨਾਂ ਘੋੜਿਆਂ ਦੀ ਸੇਵਾ ਲਈ ਕੀ ਸਤਿਗੁਰੂ ਜੀ ਨੇ ਉਸ ਵੇਲੇ ਕੌਤਕ ਰਚੇ ਨੇ, ਉਹਦਾ ਜ਼ਿਕਰ ਭਾਈ ਸਾਹਿਬ ਜੀ ਅੱਗੇ ਕਰ ਰਹੇ ਨੇ। ਆਓ ਸਰਵਣ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸ਼੍ਰੀ ਗੁਰ ਹਰਗੋਬਿੰਦ ਜੀ ਪ੍ਰਭ ਜੋਧਾ ਬਲਵਾਨ, ਸ਼ੌਕ ਬਿਲੰਦ ਤੁਰੰਗ ਕੋ ਚੜ੍ਹੇ ਪ੍ਰੀਤ ਕੋ ਠਾਣ। ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਮਹਾਬਲੀ ਯੋਧੇ ਸੂਰਮੇ ਨੇ, ਅਤੇ ਗੁਰੂ ਸਾਹਿਬ ਜੀ ਨੂੰ ਘੋੜਿਆਂ ਦਾ ਬੇਹੱਦ ਸ਼ੌਂਕ ਹੈ। ਵਧੀਆ ਨਸਲ ਦੇ ਫੁਰਤੀਲੇ ਤਾਕਤਵਰ ਘੋੜਿਆਂ ਨੂੰ ਸਤਿਗੁਰੂ ਜੀ ਬੜਾ ਪਸੰਦ ਕਰਦੇ ਨੇ। ਇਹਨਾਂ ਘੋੜਿਆਂ ਦੀ ਸਵਾਰੀ ਸਤਿਗੁਰੂ ਜੀ ਬੜੀ ਪ੍ਰਸੰਨਤਾ ਦੇ ਨਾਲ ਕਰਦੇ ਨੇ। ਚੌਪਈ ਪੰਚ ਪਵੰਗਮ ਲੱਗੇ ਤਬੇਲੇ, ਸੇਵਕ ਲਾਗੇ ਕਰਨ ਸੁਹੇਲੇ। ਹੁਣ ਭਾਈ ਸੁਭਾਗਾ ਜੀ ਵੱਲੋਂ ਭੇਟ ਕੀਤੇ 5 ਘੋੜੇ ਸਤਿਗੁਰੂ ਜੀ ਦੇ ਤਬੇਲੇ ਵਿੱਚ ਬੰਨ੍ਹ ਦਿੱਤੇ ਗਏ ਨੇ। ਗੁਰੂ ਜੀ ਦੇ ਸੇਵਕ ਸਿੱਖ ਜਿਹੜੇ ਨੇ ਉਹਨਾਂ ਘੋੜਿਆਂ ਦੀ ਸੇਵਾ ਸੰਭਾਲ ਕਰਦੇ ਨੇ। ਹੁਣ ਸਤਿਗੁਰ ਇੱਕ ਇੱਕ ਫਿਰਵਾਇਓ, ਫਾਂਦਣ ਚੰਚਲ ਬੇਗ ਧਵਾਇਓ। ਫਿਰ ਸਤਿਗੁਰੂ ਜੀ ਨੇ ਇੱਕ ਇੱਕ ਘੋੜੇ ਨੂੰ ਆਪ ਘੁਮਾ ਕੇ ਵੇਖਿਆ। ਉਹਨਾਂ ਫੁਰਤੀਲੇ ਘੋੜਿਆਂ ਦੇ ਉੱਪਰ ਸਤਿਗੁਰੂ ਜੀ ਸਵਾਰ ਹੋਏ ਨੇ। ਉਹਨਾਂ ਦੀਆਂ ਛਾਲਾਂ ਮਰਵਾਉਂਦੇ ਨੇ, ਕਦੇ ਤੇਜ਼ ਭਜਾਉਂਦੇ ਨੇ। ਸਤਿਗੁਰੂ ਜੀ ਉਹਨਾਂ ਘੋੜਿਆਂ ਦੀ ਆਪ ਪ੍ਰੀਖਿਆ ਮਾਨੋ ਲੈ ਰਹੇ ਸੀ ਕਿ ਇਹਨਾਂ ਘੋੜਿਆਂ ਦੀ ਚਾਲ ਕੈਸੀ ਹੈ, ਇਹਨਾਂ ਘੋੜਿਆਂ ਦੀ ਤਾਕਤ ਕੈਸੀ ਹੈ, ਇਹਨਾਂ ਘੋੜਿਆਂ ਦੇ ਵਿੱਚ ਫੁਰਤੀਲਾਪਨ ਕੈਸਾ ਹੈ। ਤਿੰਨ ਪੰਚੋ ਮੈਂ ਏਕ ਭਲੇਰੋ, ਚੰਚਲ ਬਲ ਮੈਂ ਬੇਗ ਵਡੇਰੋ। ਹੁਣ ਸਤਿਗੁਰੂ ਜੀ ਨੇ ਉਹਨਾਂ 5 ਹੀ ਘੋੜਿਆਂ ਨੂੰ ਦੌੜਾ ਕੇ ਵੇਖਿਆ, ਛਾਲਾਂ ਮਰਵਾ ਕੇ ਵੇਖਿਆ, ਉਹਨਾਂ ਦੀ ਹਰ ਤਰ੍ਹਾਂ ਦੇ ਨਾਲ ਪਰਖ ਕੀਤੀ। ਇਹਨਾਂ 5 ਘੋੜਿਆਂ ਦੇ ਵਿੱਚੋਂ ਇੱਕ ਬੜਾ ਵਧੀਆ ਘੋੜਾ ਜਿਹੜਾ ਸਤਿਗੁਰੂ ਜੀ ਨੂੰ ਲੱਗਿਆ, ਉਹ ਫੁਰਤੀਲਾ ਘੋੜਾ ਤਾਕਤਵਰ ਘੋੜਾ ਜਿਹੜਾ ਸਤਿਗੁਰੂ ਜੀ ਨੂੰ ਬੜਾ ਪਸੰਦ ਆਉਂਦਾ। ਸ਼੍ਰੀ ਹਰਗੋਬਿੰਦ ਆਪ ਚਰਨ ਕੋ ਰਖਵਾਇਓ ਕੈ ਸ਼ੁਸ਼ਟ ਬਰਨ ਕੋ। ਸਤਿਗੁਰੂ ਜੀ ਨੇ ਇੱਕ ਘੋੜਾ ਜਿਹਦਾ ਰੰਗ ਬੜਾ ਸੋਹਣਾ ਸੀ, ਉਹਨੂੰ ਆਪਣੇ ਚੜ੍ਹਨ ਵਾਸਤੇ ਰਖਵਾ ਲਿਆ ਕਿ ਇੱਕ ਘੋੜਾ ਸਾਡੇ ਵਾਸਤੇ ਵੱਖਰਾ ਰੱਖ ਦਿੱਤਾ ਜਾਏ। ਜ਼ੀਨ ਜਰਾਓ ਜਰੇ ਜਵਾਹਰ,
ਜਬਰ ਜੇਬ ਜਗਮਗ ਤਿਸ ਜਾਹਰ। ਕਹਿੰਦੇ ਉਸ ਘੋੜੇ 'ਤੇ ਪਾਈ ਕਾਠੀ ਜਿਹੜੀ ਸੀ ਉਹਦੇ ਵਿੱਚ ਜੜਾਊ ਹੀਰੇ ਜੜੇ ਹੋਏ ਨੇ, ਜਿਹੜੇ ਬੜੇ ਸ਼ੋਭਦੇ ਨੇ। ਉਹਨਾਂ ਦੇ ਵਿੱਚੋਂ ਬੜੀ ਸੋਹਣੀ ਰੋਸ਼ਨੀ ਜਗਮਗ ਕਰਦੀ ਪ੍ਰਗਟ ਹੁੰਦੀ ਹੈ। ਸੁੰਦਰ ਕੋਰ ਧਾਰ ਬਰ ਹੀਰੇ, ਜੋਗ ਥਾਨ ਕੇ ਜਾਣਤ ਚੀਰੇ। ਉਹਨਾਂ ਜਿਹੜੇ ਸਤਿਗੁਰੂ ਜੀ ਨੇ ਉਸ ਘੋੜੇ 'ਤੇ ਵਸਤਰ ਪਾਏ ਨੇ, ਉਹਨਾਂ ਵਸਤਰਾਂ ਦੇ ਕਿਨਾਰਿਆਂ 'ਤੇ ਸੁੰਦਰ ਹੀਰੇ ਜੜੇ ਹੋਏ ਨੇ, ਜਿਹੜੇ ਬੜੇ ਢੁਕਵੀਂ ਥਾਂ 'ਤੇ ਜੜੇ ਹੋਏ ਨੇ, ਬੜੇ ਸੋਹਣੇ ਲੱਗਦੇ ਨੇ। ਅਪਰ ਅਜਾਇਬ ਜੁਗਤ ਬਣਿਓ ਹੈ, ਸੋ ਵਰਨ ਸ਼ੋਭਤ ਸਵਰਨ ਸਨਿਓ ਹੈ। ਕਹਿੰਦੇ ਇੱਕ ਹੋਰ ਬੜੀ ਅਜੀਬ ਜੀ ਗੱਲ ਹੈ, ਬੜਾ ਅਜੀਬ ਸਬੱਬ ਜਿਹਾ ਸੀ ਕਿ ਜਿਹੜਾ ਘੋੜਾ ਸਤਿਗੁਰੂ ਜੀ ਨੂੰ ਪਸੰਦ ਆਇਆ, ਉਸ ਸ੍ਰੇਸ਼ਟ ਘੋੜੇ ਦਾ ਰੰਗ ਵੀ ਬੜਾ ਨਿਵੇਕਲਾ ਜਿਹਾ ਸੀ, ਬੜਾ ਅਦਭੁਤ ਸੀ। ਜਦੋਂ ਉਹਦੇ 'ਤੇ ਸੋਨੇ ਦੀ ਚਾਦਰ ਪਾਈ ਗਈ, ਸੋਨੇ ਦੇ ਤਾਰਾਂ ਵਿੱਚ ਜੜੀ ਹੋਈ, ਇਸ ਤਰ੍ਹਾਂ ਕਹਿੰਦੇ ਉਹ ਘੋੜੇ ਦੇ ਉੱਪਰ ਜਦੋਂ ਪਾਈ ਗਈ ਤੇ ਘੋੜਾ ਹੋਰ ਜ਼ਿਆਦਾ ਸੋਹਣਾ ਲੱਗਣ ਲੱਗ ਪਿਆ। ਐਸੋ ਤਰੰਗ ਸੁਗਮ ਨਹਿ ਆਵੈ, ਜੋ ਸਤਿਗੁਰ ਕੇ ਮਨ ਮੈਂ ਭਾਵੈ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦਾ ਘੋੜਾ ਆਸਾਨੀ ਨਾਲ ਨਹੀਂ ਮਿਲਦਾ, ਜਿਹੜਾ ਘੋੜਾ ਮੇਰੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਚੰਗਾ ਲੱਗੇ। ਕਰਿਓ ਹੁਕਮਾਨੋ ਕਰ ਤਿਆਰ, ਦਾਸਣ ਤਤਸ਼ਿਨ ਮਾਹੇ ਸ਼ਿੰਗਾਰ। ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਆਹ ਜਿਹੜਾ ਘੋੜਾ ਹੈ, ਜਿਹੜਾ ਸਤਿਗੁਰੂ ਜੀ ਨੂੰ ਪਸੰਦ ਆਇਆ ਸੀ, ਸਤਿਗੁਰੂ ਕਹਿੰਦੇ ਇਸ ਘੋੜੇ ਨੂੰ ਲੈ ਕੇ ਆਓ। ਸੇਵਕਾਂ ਨੇ ਉਸੇ ਵੇਲੇ ਘੋੜਾ ਤਿਆਰ ਕਰ ਦਿੱਤਾ, ਘੋੜਾ ਸ਼ਿੰਗਾਰ ਦਿੱਤਾ। ਰੇਸ਼ਮ ਡੋਰ ਗਹੇ ਕਰ ਆਨਿਓ, ਧੰਨ ਭਾਗ ਜੁਤ ਸਭ ਨੇ ਜਾਣਿਓ। ਗੁਰੂ ਕੇ ਸਿੱਖਾਂ ਨੇ ਰੇਸ਼ਮ ਦੀ ਲਗਾਮ ਉਸ ਘੋੜੇ ਦੇ ਗਲ ਵਿੱਚ ਪਾ ਕੇ, ਮੁੱਖ ਵਿੱਚ ਪਾ ਕੇ ਸਤਿਗੁਰੂ ਜੀ ਦੇ ਹੱਥ ਵਿੱਚ ਫੜਾ ਦਿੱਤੀ ਹੈ। ਸਾਰਿਆਂ ਨੇ ਉਸ ਘੋੜੇ ਨੂੰ ਚੰਗੀ ਕਿਸਮਤ ਵਾਲਾ ਸੁਭਾਗਾ ਸਮਝਿਆ ਕਿ ਜਿਸ ਘੋੜੇ ਦੇ ਸਰੀਰ 'ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ ਹੋਣ ਲੱਗੇ ਨੇ। ਤਨ ਕੋ ਵਰਨ ਦਿਪਤ ਇਸ ਭਾਂਤੀ, ਮਨੋ ਤਾਪਤ ਸੁੰਦਰ ਕਾਂਤੀ। ਕਹਿੰਦੇ ਘੋੜੇ ਦੇ ਸਰੀਰ ਦਾ ਰੰਗ ਇਸ ਤਰ੍ਹਾਂ ਚਮਕ ਰਿਹਾ ਹੈ ਜਿਵੇਂ ਸੁੰਦਰ ਚਮਕੀਲਾ ਰੇਸ਼ਮੀ ਕੱਪੜਾ ਹੋਵੇ, ਤੇ ਜੁਗਮ ਸ਼ਰੋਣ ਲੱਗ ਸੁੰਦਰ ਖਰੇ, ਆਯਤ ਛਾਤੀ ਲੋਚਣ ਖਰੇ। ਘੋੜੇ ਦੇ ਕੰਨ ਜਿਹੜੇ ਬਹੁਤੇ ਲੰਮੇ ਨਹੀਂ ਨੇ, ਛੋਟੇ ਜਿਹੇ ਛੋਟੇ ਛੋਟੇ ਕੰਨ ਨੇ, ਬੜੇ ਸੋਹਣੇ ਲੱਗ ਰਹੇ ਨੇ। ਛਾਤੀ ਚੌੜੀ, ਅੱਖਾਂ ਬੜੀਆਂ ਸੁੰਦਰ ਨੇ। ਇਹ ਘੋੜੇ ਦਾ ਸਰੂਪ ਹੈ। ਅਲਪ ਗਾਮ ਚੀ ਸੁਮ ਬਡੇਰੇ, ਬੰਕੀ ਗਰੀਵ ਚਲੇ ਜਿਸ ਬੇਰੇ। ਕਹਿੰਦੇ ਘੋੜੇ ਦੇ ਸੁਮ, ਉਹਦਾ ਉੱਪਰਲਾ ਹਿੱਸਾ ਭਾਵ ਜਿਹੜਾ ਗਿੱਟਾ ਹੈ, ਉਹਦੇ ਹੇਠਾਂ ਦੋਹਾਂ ਦੇ ਵਿਚਕਾਰ ਜਿਹੜੀ ਸਥਾਨ ਹੈ, ਛੋਟਾ ਜਿਹਾ ਉਹਦੇ ਵਿੱਚ ਜਿਹੜਾ ਖੁਰ ਹੈ। ਇਸ ਤਰ੍ਹਾਂ ਉਸ ਘੋੜੇ ਦੇ ਜਿਹੜੇ ਪੈਰ ਨੇ ਉਹ ਵੀ ਬੜੇ ਸੋਹਣੇ ਨੇ, ਅਤੇ ਘੋੜੇ ਦੀ ਗਰਦਨ ਵੀ ਜਿਹੜੀ ਹੈ ਉਹ ਬੜੀ ਸੋਹਣੀ ਹੈ। ਜਦੋਂ ਚੱਲਦਾ ਤੇ ਟੇਢੀ ਹੁੰਦੀ ਹੈ, ਗਰਦਨ ਘੁੰਮਦੀ ਹੈ। ਸਿਮਰ ਗੁਰੂ ਸ਼੍ਰੀ ਨਾਨਕ ਆਦ, ਚੜ੍ਹੇ ਸ਼ਸਤਰ ਧਾਰੀ ਅਹਿਲਾਦ। ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦੇ ਨੇ, ਭਾਵ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਸ਼ਸਤਰਧਾਰੀ ਸਤਿਗੁਰੂ ਜੀ ਉਸ ਘੋੜੇ 'ਤੇ ਸਵਾਰ ਹੋ ਗਏ। ਸੁੰਦਰ ਚਾਲ ਪਾਏ ਕਰ ਫੇਰਾ, ਰੋਕਤ ਚਾਹਤ ਬੇਗ ਵਡੇਰਾ। ਕਹਿੰਦੇ ਉਹ ਘੋੜਾ ਛੋਟੀ ਛੋਟੀ ਚਾਲ ਨਾਲ ਉਛਲਦਾ, ਮਨ ਉਹ ਧਰਤੀ ਦੇ ਉੱਤੇ ਗਿਣ ਗਿਣ ਕੇ ਪੈਰ ਰੱਖਦਾ ਹੋਵੇ। ਬੌਰੋ ਲਾਰਾ ਸ਼ੇਰਨ ਕੀਨ, ਕਰਤ ਓਜ ਗੁਰ ਧੀਰਜ ਦੀਨ। ਫਿਰ ਛੇੜ ਕੇ ਸਤਿਗੁਰੂ ਜੀ ਨੇ ਉਹਨੂੰ ਦੁੜੱਕੀ ਚਾਲ ਦੌੜਾਇਆ, ਭਾਵ ਥੋੜ੍ਹਾ ਤੇਜ਼ ਦੌੜਾਇਆ। ਉਸ ਦੇ ਜ਼ੋਰ ਪਾਉਣ 'ਤੇ ਗੁਰੂ ਸਾਹਿਬ ਜੀ ਨੇ ਉਹਨੂੰ ਥਾਪੜਾ ਦਿੱਤਾ, ਧੀਰਜ ਦਿੱਤਾ, ਘੋੜਾ ਸਹਿਜੇ ਹੋ ਗਿਆ। ਛੋਟੀ ਚਾਲ ਉਛਾਲਣ ਕਰੇ, ਗਿਣ ਗਿਣ ਚਰਨ ਮਨੋ ਧਰ ਤਰੇ। ਕਹਿੰਦੇ ਉਹ ਘੋੜਾ ਫਿਰ ਛੋਟੀ ਛੋਟੀ ਚਾਲ ਨਾਲ ਉਛਲ ਕੇ ਚੱਲ ਰਿਹਾ, ਮਨ ਉਹ ਧਰਤੀ 'ਤੇ ਗਿਣ ਗਿਣ ਕੇ ਪੈਰ ਧਰਦਾ ਹੋਵੇ। ਤੋ ਇਸ ਤਰ੍ਹਾਂ ਬੌਰ ਧਵਾਏ ਬੇਗ ਕੋ ਹੇਰਾ, ਭਾਕਤ ਕਵ ਤੇ ਸੁਜਸ ਵਡੇਰਾ। ਫਿਰ ਸਤਿਗੁਰੂ ਜੀ ਨੇ ਉਹਨੂੰ ਹੋਰ ਤੇਜ਼ ਭਜਾ ਕੇ ਵੇਖਿਆ। ਕਵੀ ਜਨ ਕਹਿੰਦੇ ਨੇ, ਮੈਂ ਉਸ ਘੋੜੇ ਦਾ ਕਿੰਨਾ ਕੁ ਜਸ ਬਿਆਨ ਕਰਾਂ ਜਿਹੜਾ ਸਤਿਗੁਰੂ ਜੀ ਨੂੰ ਪਸੰਦ ਆ ਗਿਆ ਸੀ। ਸੋ ਸਭ ਬਿਦ ਪਿਖ ਸ਼੍ਰੀ ਹਰਗੋਬਿੰਦ, ਚੜ੍ਹ ਕਰ ਭਏ ਆਨੰਦ ਬਿਲੰਦ। ਸੋ ਇਸ ਤਰ੍ਹਾਂ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਘੋੜੇ ਨੂੰ ਚੰਗੀ ਤਰ੍ਹਾਂ ਵੇਖਿਆ, ਪਰਖਿਆ, ਉਹਦੀ ਸਵਾਰੀ ਕੀਤੀ। ਬੜੇ ਆਨੰਦਿਤ ਹੋ ਕੇ ਸਤਿਗੁਰੂ ਜੀ ਵਾਪਸ ਆ ਗਏ ਨੇ। ਕਰ ਪਸੰਦ ਇੱਕ ਰਾਖਿਓ ਆਪ, ਜੈ ਅਰੂੜ ਪਾਪੀ ਨਰ ਖਾਪ। ਕਹਿੰਦੇ ਇੱਕ ਘੋੜਾ 5 ਘੋੜਿਆਂ ਵਿੱਚੋਂ ਇੱਕ 'ਚ ਸਤਿਗੁਰੂ ਜੀ ਨੂੰ ਪਸੰਦ ਆਇਆ,
ਉਹ ਘੋੜਾ ਸਤਿਗੁਰੂ ਜੀ ਨੇ ਆਪਣੇ ਵਾਸਤੇ ਰੱਖ ਲਿਆ, ਜਿਸ ਦੀ ਸਵਾਰੀ ਕਰਕੇ ਪਾਪੀ ਮਨੁੱਖਾਂ ਦਾ ਨਾਸ਼ ਕਰਨੇ ਸਤਿਗੁਰੂ ਜੀ ਨੇ, ਭਾਵ ਦੁਸ਼ਟਾਂ ਦਾ ਨਾਸ਼ ਕਰਨੇ ਜਿਸ ਘੋੜੇ ਤੇ ਸਵਾਰ ਹੋ ਕੇ। ਅਪਰ ਪਿੱਖਿਓ ਸੁੰਦਰ ਬਲ ਪੀਨ, ਵਿਧੀ ਚੰਦ ਕੋ ਬਾਜੀ ਦੀਨ। ਇੱਕ ਘੋੜਾ ਹੋਰ ਬੜਾ ਤਾਕਤਵਰ, ਬੜਾ ਸੋਹਣਾ ਸੀ। ਉਹ ਘੋੜਾ ਸਤਿਗੁਰੂ ਜੀ ਨੇ ਵਿਧੀ ਚੰਦ ਨੂੰ ਦੇ ਦਿੱਤਾ। ਹੋਏ ਅਰੂੜ ਤਿਨ ਫੇਰ ਦਿਖਾਇਓ, ਮਨੋ ਪਾਉਣ ਕੋ ਪੂਤਕ ਸੁਹਾਇਓ। ਵਿਧੀ ਚੰਦ ਜੀ ਨੇ ਉਸ ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਜੀ ਨੂੰ ਘੋੜਾ ਦੌੜਾ ਕੇ ਵਿਖਾਇਆ। ਇੰਜ ਲੱਗਦਾ ਸੀ ਮਾਨੋ ਹਵਾ ਦਾ ਪੁੱਤਰ ਭਾਵ ਹਨੂਮਾਨ ਘੋੜੇ ਤੇ ਸ਼ੋਭ ਰਿਹਾ ਹੋਵੇ, ਕਿਉਂਕਿ ਭਾਈ ਵਿਧੀ ਚੰਦ ਦਾ ਸਰੀਰ ਜਿਹੜਾ ਬੜਾ ਭਾਰਾ, ਸਰੀਰਕ ਡੀਲ ਡੌਲ ਚੰਗੀ ਤਾਕਤ ਵਾਲੀ ਸੀ। ਲੈ ਕਰ ਭਇਓ ਆਨੰਦਤ ਭਾਈ, ਸ਼੍ਰੀ ਗੁਰ ਪਾਇਨ ਸੀਸ ਝੁਕਾਈ। ਭਾਈ ਵਿਧੀ ਚੰਦ ਉਸ ਘੋੜੇ ਨੂੰ ਪ੍ਰਾਪਤ ਕਰਕੇ ਬੜਾ ਖੁਸ਼ ਹੋਇਆ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸੀਸ ਝੁਕਾ ਕੇ ਨਮਸਕਾਰ ਕਰਦਾ ਹੈ, ਸਤਿਗੁਰੂ ਜੀ ਦਾ ਧੰਨਵਾਦ ਕਰਦਾ ਹੈ। ਪੁਣ ਤ੍ਰਿਤੀਆ ਘੋੜਾ ਮੰਗਵਾਏ, ਉਪਰ ਸੁੰਦਰ ਜੀਨ ਸੁਹਾਏ। ਫਿਰ ਸਤਿਗੁਰੂ ਜੀ ਨੇ ਇੱਕ ਤੀਜਾ ਘੋੜਾ ਮੰਗਵਾਇਆ, ਉਹਦੇ ਉੱਪਰ ਸੁੰਦਰ ਕਾਠੀ ਜਿਹੜੀ ਸ਼ੋਭ ਰਹੀ ਹੈ। ਸ਼੍ਰੀ ਗੁਰ ਦਿੱਤੇ ਹੇਤ ਪੁਚਾਇਓ, ਲੈ ਕਰ ਸੇਵਕ ਤਤ ਛਿਨ ਆਇਓ। ਉਹ ਘੋੜਾ ਸਤਿਗੁਰੂ ਜੀ ਨੇ ਭਾਈ ਗੁਰਦਿੱਤਾ ਜੀ ਦੇ ਕੋਲ ਭੇਜਣ ਵਾਸਤੇ ਇੱਕ ਸੇਵਕ ਨੂੰ ਕਹਿ ਦਿੱਤਾ ਹੈ। ਸੇਵਕ ਉਹ ਘੋੜਾ ਲੈ ਕੇ ਸਤਿਗੁਰੂ ਜੀ ਦੇ ਕੋਲ ਆਉਂਦਾ ਹੈ ਅਤੇ ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਉਹ ਘੋੜਾ ਬਾਬਾ ਗੁਰਦਿੱਤਾ ਜੀ ਨੂੰ ਦੇਣ ਤੁਰਦਾ ਹੈ। ਗੋਇੰਦਵਾਲ ਪਹੁੰਚਿਓ ਜਾਏ, ਦੇ ਕਰ ਗੁਰ ਸੁਧ ਸਕਲ ਸੁਣਾਏ। ਗੋਇੰਦਵਾਲ ਪਹੁੰਚ ਕੇ ਉਹ ਘੋੜਾ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੰਦਾ ਹੈ ਅਤੇ ਨਾਲ ਹੀ ਗੁਰੂ ਸਾਹਿਬ ਜੀ ਦੀ ਖਬਰਸਾਰ ਦਿੰਦਾ ਹੈ, ਗੁਰੂ ਸਾਹਿਬ ਦੀ ਹੁਕਮ ਬਾਰੇ ਦੱਸਦਾ ਹੈ ਕਿਵੇਂ ਸਤਿਗੁਰੂ ਜੀ ਨੂੰ ਇਹ ਘੋੜਾ ਉਹਦੇ ਕੋਲ ਭੇਜਿਆ ਹੈ। ਚੌਥੋ ਤਰੰਗ ਹਜੂਰ ਹਕਾਰਾ, ਜੀਨ ਵਿਭੂਖਣ ਜੁਗਤ ਸ਼ਿੰਗਾਰਾ। ਇੱਕ ਚੌਥਾ ਘੋੜਾ ਹੈ, ਉਹਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਮੰਗਵਾਇਆ ਹੈ। ਉਸ ਘੋੜੇ ਦੇ ਉੱਪਰ ਜੜਾਊ ਗਹਿਣਿਆਂ ਦੇ ਨਾਲ ਸ਼ਿੰਗਾਰੀ ਹੋਈ ਕਾਠੀ ਪਾਈ ਹੈ। ਪਹਿੰਦੇ ਖਾਨ ਸਮੀਪ ਪਠਾਇਓ, ਸੋ ਲੈ ਕਰ ਉਰਮੈ ਹਰ ਖਾਇਓ। ਉਹ ਘੋੜਾ ਗਰੀਬ ਨਿਵਾਜ ਸਤਿਗੁਰੂ ਜੀ ਨੇ ਪਹਿੰਦੇ ਖਾਨ ਦੇ ਕੋਲ ਭੇਜ ਦਿੱਤਾ ਹੈ ਕਿ ਇਹ ਘੋੜਾ ਪਹਿੰਦੇ ਖਾਨ ਨੂੰ ਦੇ ਦਿਓ। ਇਸ ਤਰ੍ਹਾਂ ਪਹਿੰਦੇ ਖਾਨ ਘੋੜਾ ਲੈ ਕੇ ਬੜਾ ਮਨ ਵਿੱਚ ਖੁਸ਼ ਹੋਇਆ। ਇੱਕ ਤੁਰੰਗ ਸ਼ੇਖਰ ਹੈ ਗਇਓ, ਖਾਸ ਤਬੇਲੇ ਮੈਂ ਰੱਖ ਲਿਓ। ਹੁਣ ਇੱਕ ਘੋੜਾ ਬਾਕੀ ਬਚ ਗਿਆ ਪੰਜਾਂ ਦੇ ਵਿੱਚੋਂ। 4 ਘੋੜੇ ਸਤਿਗੁਰੂ ਜੀ ਨੇ ਵੰਡ ਦਿੱਤੇ ਨੇ। ਇੱਕ ਸਤਿਗੁਰੂ ਜੀ ਨੇ ਆਪਣੇ ਲਈ ਰੱਖ ਲਿਆ, ਇੱਕ ਬਾਬਾ ਵਿਧੀ ਚੰਦ ਨੂੰ ਦੇ ਦਿੱਤਾ, ਇੱਕ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਹੈ, ਚੌਥਾ ਘੋੜਾ ਪਹਿੰਦੇ ਖਾਨ ਕੋਲ ਭੇਜ ਦਿੱਤਾ ਹੈ। 5ਵਾਂ ਘੋੜਾ ਹੁਣ ਸਤਿਗੁਰੂ ਜੀ ਦੇ ਤਬੇਲੇ ਵਿੱਚ ਇੱਕ ਰਹਿ ਗਿਆ ਹੈ। ਇੱਕ ਦਿਨ ਬੈਠ ਦੀਵਾਨ ਮੁਝਾਰਾ, ਸੁਭਟ ਸਿੱਖ ਤੈ ਸ਼ੁਭਤ ਹਜ਼ਾਰਾਂ। ਕਹਿੰਦੇ ਇੱਕ ਦਿਨ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀਵਾਨ ਵਿੱਚ ਬਿਰਾਜਮਾਨ ਨੇ ਸਤਿਗੁਰੂ ਜੀ। ਹਜ਼ਾਰਾਂ ਸਿੱਖ ਸੂਰਮੇ ਸਤਿਗੁਰੂ ਜੀ ਦੇ ਕੋਲ ਬੈਠੇ ਸ਼ੋਭ ਰਹੇ ਨੇ। ਸਭਨ ਸੁਣਾਏ ਮੁਕੰਦ ਬਖਾਨੀ, ਕੋ ਸਿੱਖ ਸੁੱਧ ਪਠੇ ਗੁਰਬਾਣੀ। ਮੁਕਤੀ ਦਾਤੇ ਸਤਿਗੁਰੂ ਜੀ ਨੇ ਸਾਰਿਆਂ ਨੂੰ ਸੁਣਾਉਂਦੇ ਇੱਕ ਬਚਨ ਆਖਿਆ ਕਿ ਭਾਈ ਕੋਈ ਸਿੱਖ ਹੈ ਜੋ ਸਾਨੂੰ ਸ਼ੁੱਧ ਗੁਰਬਾਣੀ ਪੜ੍ਹ ਕੇ ਸੁਣਾਵੇ। ਜਥਾ ਜੋਗ ਮਾਤਰਾ ਅਰ ਵਰਨ, ਪਠੇ ਸੰਭਾਰ ਸੁਨਾਵਹਿ ਕਰਨ। ਜਿਹੜਾ ਉਚਿਤ ਲਗਾ ਮਾਤਰਾ ਲਗਾ ਕੇ ਸ਼ੁੱਧ ਉਚਾਰਨ ਕਰਕੇ ਚੰਗੀ ਤਰ੍ਹਾਂ ਬਾਣੀ ਜਿਹੜੀ ਪੜ੍ਹ ਕੇ ਸੁਣਾਵੇ, ਜਿਹੜੀ ਸਰੋਤਿਆਂ ਦੇ ਕੰਨਾਂ ਦੇ ਵਾਸਤੇ ਰਸਮਈ ਬਣੇ, ਭਾਵ ਸੁਣਨ ਵਾਲਿਆਂ ਨੂੰ ਵੀ ਆਨੰਦ ਆਵੇ। ਸੁਣਗਣ ਸਿੱਖ ਹਾਥ ਕੋ ਜੋਰ, ਕਹੇ ਗੁਰੂ ਹਮ ਤੁਮਰੇ ਜੋਰ। ਇਹ ਸੁਣ ਕੇ ਬਹੁਤ ਸਾਰੇ ਸਿੱਖਾਂ ਨੇ ਹੱਥ ਜੋੜ ਕੇ ਕਿਹਾ, ਸਤਿਗੁਰੂ ਜੀ ਅਸੀਂ ਤੁਹਾਡੀ ਕਿਰਪਾ ਦਾ ਸਦਕਾ ਗੁਰਬਾਣੀ ਦਾ ਪਾਠ ਕਰਦੇ ਹਾਂ। ਨਿਤ ਹੀ ਪਾਠ ਕਰੇ ਗੁਰਬਾਣੀ, ਕੰਠ ਹਮਾਰੇ ਅਹੈ ਮਹਾਨੀ। ਤੇ ਸਤਿਗੁਰੂ ਜੀ ਅਸੀਂ ਰੋਜ਼ਾਨਾ ਹੀ ਆਪ ਜੀ ਦੀ ਕਿਰਪਾ ਦਾ ਸਦਕਾ ਮਹਾਨ ਗੁਰਬਾਣੀ ਦਾ ਪਾਠ ਰੋਜ਼ਾਨਾ ਕਰਦੇ ਹਾਂ। ਸਾਨੂੰ ਗੁਰਬਾਣੀ ਜ਼ੁਬਾਨੀ ਯਾਦ ਵੀ ਹੈ। ਪਰ ਛੇਮ ਹੇਤ ਹਮ ਨੇਤ ਸਮੇਤਾ, ਰਤੈ ਪ੍ਰੇਮ ਤੇ ਕਟੇ ਕੁਹੇਤਾ। ਇਹ ਸਤਿਗੁਰੂ ਮੁਕਤੀ ਦਾਤੇ ਸਤਿਗੁਰੂ ਜੀ ਅਸੀਂ ਆਪਣੀ ਮੁਕਤੀ ਦੇ ਵਾਸਤੇ ਨੇਮ ਸਹਿਤ ਬੜੇ ਪ੍ਰੇਮ ਨਾਲ ਗੁਰਬਾਣੀ ਪੜ੍ਹਦੇ ਹਾਂ ਅਤੇ ਮੁਕਤੀ ਦੇ ਬਾਧਕ ਭਾਵ ਮੁਕਤੀ ਵਿੱਚ ਆਉਣ ਵਾਲੇ ਰਸਤੇ ਦੇ ਵਿਘਨ ਜਿਹੜੇ ਨੇ ਉਹਨਾਂ ਨੂੰ ਦੂਰ ਕਰਦੇ ਹਾਂ। ਸੁਣ ਪੁਣ ਗੁਰੂ ਭਨਿਓ ਹੈ ਨੀਕੀ, ਗੁਰਬਾਣੀ ਸੰਗ ਪ੍ਰੀਤੀ ਹੀ ਕੀ। ਜਦੋਂ ਸਿੱਖਾਂ ਨੇ ਆਖਿਆ ਸਤਿਗੁਰੂ ਆਪ ਜੀ ਦੀ ਕਿਰਪਾ ਦਾ ਸਦਕਾ ਅਸੀਂ ਰੋਜ਼ਾਨਾ ਬਾਣੀ ਦਾ ਜਾਪ ਕਰਦੇ ਹਾਂ, ਸਤਿਗੁਰੂ ਕਹਿਣ ਲੱਗੇ ਭਾਈ ਬਹੁਤ ਚੰਗੀ ਗੱਲ ਹੈ। ਗੁਰਬਾਣੀ ਦਿਲੋਂ ਪ੍ਰੇਮ ਦੇ ਨਾਲ ਹੀ ਪੜ੍ਹਨੀ ਚਾਹੀਦੀ ਹੈ, ਪ੍ਰੇਮ ਕਰਕੇ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ। ਬਹੁਤ ਵਧੀਆ ਗੱਲ ਹੈ।
ਤਉ ਸਿੱਖ ਜੋ ਕੋਈ ਬੁੱਧਿਵੰਤਾ, ਕਰਤ ਪ੍ਰੇਮ ਲਖ ਸ਼ੁੱਧ ਪਠੰਤਾ। ਤੇ ਸਤਿਗੁਰੂ ਕਹਿਣ ਲੱਗੇ ਫਿਰ ਵੀ ਕੋਈ ਐਸਾ ਬੁੱਧੀਮਾਨ ਸਿਆਣਾ ਗੁਰ ਸਿੱਖ ਹੈ ਜਿਹੜਾ ਪ੍ਰੇਮ ਸਹਿਤ ਬੜੀ ਵਿਚਾਰ ਦੇ ਨਾਲ ਸਮਝ ਕੇ ਤੇ ਸ਼ੁੱਧ ਬਾਣੀ ਪੜ੍ਹ ਕੇ ਸਾਨੂੰ ਸੁਣਾਵੇ। ਸੋ ਅਬ ਸਨਮੁਖ ਥਿਰੇ ਹਮਾਰੇ, ਜਪ ਜੀ ਪਾਠ ਕਰੇ ਨਿਰਧਾਰੇ। ਸਤਿਗੁਰੂ ਕਹਿਣ ਲੱਗੇ ਕੋਈ ਐਸਾ ਗੁਰਸਿੱਖ ਸਾਡੇ ਸਾਹਮਣੇ ਆਵੇ, ਖੜਾ ਹੋਵੇ, ਨਿਸ਼ਚੈ ਦਾ ਨਾਲ ਭਰੋਸੇ ਦੇ ਨਾਲ ਜਪਜੀ ਸਾਹਿਬ ਦਾ ਸ਼ੁੱਧ ਪਾਠ ਸਾਨੂੰ ਸੁਣਾਵੇ। ਤੇ ਸ਼ੁੱਧ ਸੁਣਾਏ ਰਿਝਾਵੇ ਮੋਹੀ, ਮਨ ਬਾਚਤ ਫਲ ਪ੍ਰਾਪਤ ਹੋਹੀ। ਸਤਿਗੁਰੂ ਕਹਿਣ ਲੱਗੇ ਜਿਹੜਾ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾ ਕੇ ਸਾਨੂੰ ਖੁਸ਼ ਕਰੇਗਾ ਨਾ, ਉਹਨੂੰ ਮਨ ਇੱਛਤ ਫਲ ਦੀ ਪ੍ਰਾਪਤੀ ਹੋਵੇਗੀ। ਜੋ ਵੀ ਉਹਦੇ ਮਨ ਵਿੱਚ ਆਏਗਾ ਉਹ ਫਲ ਸਤਿਗੁਰੂ ਜੀ ਕਹਿੰਦੇ ਉਹਨੂੰ ਉਹ ਦਾਤ ਦਿੱਤੀ ਜਾਏਗੀ। ਨਹਿ ਅਦੇ ਵਸਤੂ ਪੁਨ ਕੌਣ, ਜਿਮ ਜਾਚੇ ਹਮ ਦਹਿਨ ਤੌਣ। ਸਤਿਗੁਰੂ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਐਸੀ ਕੋਈ ਵੀ ਚੀਜ਼ ਨਹੀਂ ਹੈ ਜਿਹੜੀ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਉਣ ਵਾਲੇ ਨੂੰ ਨਾ ਦਿੱਤੀ ਜਾ ਸਕੇ। ਸਤਿਗੁਰੂ ਕਹਿਣ ਲੱਗੇ ਜੋ ਮੰਗੇਗਾ ਅਸੀਂ ਉਹੀ ਉਹਦੀ ਝੋਲੀ ਵਿੱਚ ਪਾ ਦਿਆਂਗੇ, ਕੋਈ ਸਾਨੂੰ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾਵੇ। ਇਸ ਵਿਦ ਪੁਣ ਜਬ ਸਤਿਗੁਰ ਕਹਿਓ, ਸਭਨ ਵਿਚਾਰ ਗੁਰੂ ਰੁਖ ਲਹਿਓ। ਤੋ ਇਸ ਤਰ੍ਹਾਂ ਜਦੋਂ ਸਤਿਗੁਰੂ ਜੀ ਨੇ ਦੁਬਾਰਾ ਬਚਨ ਇਹ ਆਖਿਆ ਤੇ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਸਾਰਿਆਂ ਦੇ ਮਨ ਵਿੱਚ ਵਿਚਾਰ ਆਈ ਕਿ ਗੁਰੂ ਸਾਹਿਬ ਜੀ ਜਿਹੜੇ ਨੇ ਉਹ ਬਾਣੀ ਸ਼ੁੱਧ ਸੁਣਨੀ ਚਾਹੁੰਦੇ ਨੇ। ਤੇ ਗੁਰੂ ਸਾਹਿਬ ਜੀ ਦੀ ਮਨਸ਼ਾ ਸਾਰਿਆਂ ਦੇ ਮਨ ਵਿੱਚ ਹੁਣ ਆ ਗਈ ਸੀ ਕਿ ਗੁਰੂ ਸਾਹਿਬ ਸੱਚਮੁੱਚ ਹੀ ਸ਼ੁੱਧ ਪਾਠ ਸੁਣਨਾ ਚਾਹੁੰਦੇ ਨੇ, ਜਿਸ ਬਾਣੀ ਨੂੰ ਪੜ੍ਹਦਿਆਂ ਖਿੰਨ ਮਾਤਰ ਵੀ ਕਿਸੇ ਲਗਾ ਮਾਤਰਾ ਦਾ, ਵਰਨ ਦਾ, ਅੱਖਰ ਦਾ ਜਿਹੜਾ ਉਹ ਕਿਸੇ ਤਰ੍ਹਾਂ ਦਾ ਭੇਦ ਭਾਵ ਨਾ ਕੀਤਾ ਜਾਏ, ਭਾਵ ਕਿਸੇ ਤਰ੍ਹਾਂ ਦੀ ਗਲਤੀ ਨਾ ਕੀਤੀ ਜਾਵੇ। ਸੋ ਉਸ ਵੇਲੇ ਇੱਕ ਸਿੱਖ ਗੁਰਮੁਖ ਨਾਮ ਗੋਪਾਲਾ, ਹਾਥ ਜੋੜ ਕੇ ਸੁਣੋ ਕਿਰਪਾਲਾ। ਇੱਕ ਗੁਰਮੁਖ ਸਿੱਖ ਜਿਸ ਦਾ ਨਾਮ ਭਾਈ ਗੋਪਾਲਾ ਸੀ। ਇਹ ਭਾਈ ਗੋਪਾਲਾ ਅਸਲ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸਿੱਖ ਸੀ, ਭਾਵ ਗੁਰੂ ਅਰਜਨ ਸਾਹਿਬ ਦੇ ਵੇਲੇ ਸਿੱਖੀ ਇਹਨੇ ਧਾਰਨ ਕੀਤੀ। ਬੜਾ ਵਿਦਵਾਨ ਅਤੇ ਵਿਚਾਰਵਾਨ ਗੁਰਸਿੱਖ ਹੈ। ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਗੁਰਗੱਦੀ ਕਾਲ ਦੇ ਸਮੇਂ ਦੌਰਾਨ ਇਹਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾਉਣ ਦੀ ਜਿਹੜੀ ਸੇਵਾ ਕਰ ਰਹੇ ਨੇ ਭਾਈ ਗੋਪਾਲਾ ਜੀ, ਇਹ ਗੁਰੂ ਅਰਜਨ ਸਾਹਿਬ ਦੇ ਵੇਲੇ ਦੇ ਗੁਰਸਿੱਖ ਨੇ। ਹੱਥ ਜੋੜ ਕੇ ਕਹਿਣ ਲੱਗੇ ਕਿਰਪਾਲੂ ਸਤਿਗੁਰੂ ਜੀ, ਮੇਰੀ ਬੇਨਤੀ ਹੈ ਕਿ ਜੋ ਸੇਵਕ ਪ੍ਰਤ ਆਇਸ ਕਰੀਏ ਹੈ, ਆਪਣ ਕਿਰਪਾ ਬਲ ਮੋਹ ਪਰ ਧਰੀਏ ਹੈ। ਸਤਿਗੁਰੂ ਜੀ, ਜੇ ਤੁਸੀਂ ਆਪਣੇ ਇਸ ਨਿਤਾਣੇ ਜੇ ਸੇਵਕ ਨੂੰ ਹੁਕਮ ਕਰੋ, ਆਪ ਕਿਰਪਾ ਕਰੋ, ਆਪਣੀ ਅਪਾਰ ਕਿਰਪਾ ਸ਼ਕਤੀ ਮੇਰੇ ਉੱਤੇ ਕਰ ਦਿਓ ਤੇ ਕਰੋ ਸੁਨਾਵਣ ਮੈਂ ਥਿਰ ਹੋਏ, ਸ਼ੁੱਧ ਪਾਠ ਜਿਮ ਜਪ ਕੋ ਜੋ। ਇਹ ਸਤਿਗੁਰੂ ਜੇ ਤੁਸੀਂ ਮੇਰੇ 'ਤੇ ਕਿਰਪਾ ਕਰ ਦਿਓ ਤੇ ਜਪਜੀ ਸਾਹਿਬ ਜੀ ਦਾ ਜੋ ਸ਼ੁੱਧ ਪਾਠ ਹੈ, ਜੇ ਤੁਸੀਂ ਕਿਰਪਾ ਕਰੋ ਤਾਂ ਮੈਂ ਅਡੋਲਤਾ ਨਾਲ ਸੁਣਾ ਸਕਦਾ। ਤੁਸੀਂ ਆਗਿਆ ਮੈਨੂੰ ਦੇ ਦਿਓ ਤੇ ਮੈਂ ਆਪ ਜੀ ਨੂੰ ਬਾਣੀ ਸੁਣਾਵਾਂ। ਸੁਣਤ ਗਰੀਬ ਨਿਵਾਜ ਬਖਾਨਾ, ਆਸ਼ੀ ਬਾਤ ਥਿਰੋ ਇਸ ਥਾਨਾ। ਗਰੀਬ ਨਿਵਾਜ ਸਤਿਗੁਰੂ ਜੀ ਕਹਿਣ ਲੱਗੇ ਭਾਈ ਬਹੁਤ ਚੰਗੀ ਗੱਲ ਹੈ, ਤੁਸੀਂ ਇੱਥੇ ਸਾਡੇ ਕੋਲ ਆ ਜਾਓ, ਇੱਥੇ ਇਸ ਸਥਾਨ 'ਤੇ ਸਾਡੇ ਨੇੜੇ ਬੈਠੋ ਤੇ ਗੁਰਬਾਣੀ ਦਾ ਪਾਠ ਸੁਣਾਓ। ਨਿਜ ਸਨਮੁਖ ਆਸਣ ਰਸਵਾਵਾ, ਕਰ ਆਇਸ ਤਿਸ ਪਰ ਬੈਠਾ ਵਾ। ਉਸ ਵੇਲੇ ਕਹਿੰਦੇ ਗੁਰੂ ਸਾਹਿਬ ਜੀ ਨੇ ਆਪਣੇ ਸਾਹਮਣੇ ਉੱਚੀ ਥਾਂ 'ਤੇ ਆਸਣ ਵਿਛਾ ਲਿਆ। ਭਾਈ ਗੋਪਾਲਾ ਜੀ ਨੂੰ ਆਗਿਆ ਕਰ ਦਿੱਤੀ ਕਿ ਇਹਦੇ ਉੱਪਰ ਤੁਸੀਂ ਬੈਠ ਕੇ ਬਾਣੀ ਸੁਣਾਓ। ਭਾਈ ਗੋਪਾਲਾ ਜੀ ਬੈਠ ਗਏ ਨੇ। ਕਰੋ ਸੁਨਾਵਣ ਸ਼ੁੱਧ ਜਪ ਮੋਹੀ, ਜਾਚਹਿ ਕਹੈ ਸੁਦੇਵੋਂ ਤੋਹੀ। ਸਤਿਗੁਰੂ ਜੀ ਕਹਿਣ ਲੱਗੇ ਭਾਈ ਗੋਪਾਲ, ਤੁਸੀਂ ਮੈਨੂੰ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾਵੋ, ਜੋ ਤੁਸੀਂ ਮੰਗੋਗੇ ਤੁਹਾਨੂੰ ਉਹੀ ਦਿੱਤਾ ਜਾਏਗਾ। ਬੈਠਿਓ ਸਨਮੁਖ ਲੱਗਿਓ ਉਚਾਰਨ, ਸਿਮਰਿਓ ਸ਼੍ਰੀ ਨਾਨਕ ਸੁਖ ਕਾਰਨ। ਭਾਈ ਗੋਪਾਲ ਸਤਿਗੁਰੂ ਜੀ ਦੇ ਸਾਹਮਣੇ ਆਸਣ 'ਤੇ ਬੈਠ ਗਏ ਨੇ, ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਨੇ। ਸੁੱਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ। ਪੂਰਬ ਕਹਿ ਇੱਕ ਓੰਕਾਰ, ਸਤਨਾਮ ਕੋ ਬਉਰ ਉਚਾਰ। ਭਾਈ ਗੋਪਾਲ ਜੀ ਨੇ ਸਭ ਤੋਂ ਪਹਿਲਾਂ ਇੱਕ ਓੰਕਾਰ ਆਖਿਆ, ਫਿਰ ਸਤਨਾਮ ਦਾ ਉਚਾਰਨ ਕੀਤਾ। ਸ਼੍ਰੀ ਹਰਗੋਬਿੰਦ ਸੁਣ ਕਰ ਜੋਰ, ਨਮਸਕਾਰ ਕੀਨੀ ਸਿੱਖ ਔਰ। ਹੁਣ ਗਰੀਬ ਨਿਵਾਜ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਆਪ ਸਰਬ ਕਲਾ ਸਮਰੱਥ ਸਤਿਗੁਰੂ ਨੇ। ਉਸ ਵਕਤ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਨਹੀਂ ਮਿਲੀ,
ਗੁਰੂ ਹਰਗੋਬਿੰਦ ਸਾਹਿਬ ਆਪ ਗੁਰੂ ਨੇ, ਪਰ ਜਦੋਂ ਭਾਈ ਗੋਪਾਲ ਜੀ ਨੇ ਇੱਕ ਓੰਕਾਰ ਸਤਨਾਮ ਜਪਜੀ ਸਾਹਿਬ ਦੀ ਆਰੰਭਤਾ ਕੀਤੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੱਥ ਜੋੜੇ ਤੇ ਉਸ ਸਿੱਖ ਵੱਲ ਸਤਿਗੁਰੂ ਜੀ ਨੇ ਨਮਸਕਾਰ ਕੀਤੀ। ਕਿਉਂ? ਸ਼ਬਦ ਦਾ ਉਚਾਰਨ ਭਾਈ ਗੋਪਾਲ ਦੇ ਮੁਖ ਚੋਂ ਹੋ ਰਿਹਾ ਹੈ। ਜਿਸ ਸਰੀਰ ਚੋਂ ਸ਼ਬਦ ਦਾ ਉਚਾਰਨ ਕੀਤਾ ਜਾ ਰਿਹਾ ਹੈ, ਸਤਿਗੁਰੂ ਜੀ ਨੇ ਉਸ ਭਾਈ ਗੋਪਾਲ ਦੇ ਸਰੀਰ ਵੱਲ ਝੁਕ ਕੇ ਨਮਸਕਾਰ ਕੀਤੀ। ਤੋ ਅਜੋਕੇ ਸਮੇਂ ਵਿੱਚ ਵੀ ਬੜੇ ਐਸੇ ਦੇਹਧਾਰੀ ਗੁਰੂ ਜਿਹੜੇ ਓਟ ਤੇ ਬਾਣੀ ਦੀ ਲੈਂਦੇ ਨੇ, ਪਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਸਤੇ ਤਿਆਰ ਨਹੀਂ। ਗੁਰੂ ਸਾਹਿਬਾਨ ਨੇ ਆਪਣੇ ਸਮੇਂ ਦੌਰਾਨ ਹੀ ਇਹ ਗੱਲ ਪ੍ਰਤੱਖ ਕਰ ਦਿੱਤੀ ਸੀ ਕਿ ਸ਼ਬਦ ਹੀ ਧੁਰ ਦਰਗਾਹ ਤੋਂ ਅਸਲੀ ਸੱਚਾ ਗੁਰੂ ਹੈ। ਬਾਕੀ ਜਿਹੜੇ 10 ਜਾਮੇ ਗੁਰੂ ਸਾਹਿਬ ਨੇ ਸਰੀਰ ਰੂਪ ਵਿੱਚ ਧਾਰੇ ਨੇ, ਉਹ ਇੱਕ ਪ੍ਰਚਾਰਕ ਦੇ ਰੂਪ ਵਿੱਚ ਸ਼ਬਦ ਦਾ ਪ੍ਰਚਾਰ ਕਰਨ ਵਾਸਤੇ ਧਾਰਨ ਕੀਤੇ ਸੀ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿ ਗੁਰੂ ਸ਼ਬਦ ਹੀ ਹੈ। ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਬਚਨ ਕਰਕੇ ਪ੍ਰਤੱਖ ਸੰਗਤ ਨੂੰ ਇਹ ਕਹਿ ਦਿੱਤਾ ਸੀ ਕਿ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਕਿ ਗੁਰਬਾਣੀ ਹੀ ਗੁਰੂ ਹੈ। ਤੇ ਬਾਣੀ ਰੂਪ ਗੁਰੂ ਦੇ ਵਿੱਚੋਂ ਹੀ ਸਾਰੀਆਂ ਦਾਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ। ਪਰ ਅੱਜ ਵੀ ਭਰਮੇ ਹੋਏ ਭਟਕੇ ਹੋਏ ਲੋਕ, ਮਾਫ ਕਰਿਓ, ਜਿਨ੍ਹਾਂ ਨੂੰ ਬਾਣੀ ਤੇ ਭਰੋਸਾ ਨਹੀਂ, ਉਹ ਗੁਰੂ ਦਾ ਦਰ ਛੱਡ ਕੇ ਦਰ ਦਰ ਭਟਕਦੇ ਨੇ। ਕੋਈ ਸਿਆਣਿਆਂ ਮਲਾਣਿਆਂ ਅੱਗੇ, ਦੇਹਧਾਰੀ ਗੁਰੂਆਂ ਅੱਗੇ, ਉਹ ਵੀ ਅੱਗੋਂ ਗੁਰਬਾਣੀ ਦੀ ਟੇਕ ਲੈ ਕੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਸਰਾ ਲੈ ਕੇ ਤੇ ਆਪਣੇ ਸਰੀਰਾਂ ਦੀ ਪੂਜਾ ਕਰਾਉਂਦੇ, ਆਪਣੇ ਚਰਨਾਂ ਤੇ ਪੈਰਾਂ ਤੇ ਮੱਥੇ ਟਿਕਵਾਉਂਦੇ ਨੇ ਕਿ ਅਸੀਂ ਗੁਰੂ ਹਾਂ। ਸੋ ਸਮਝਣ ਵਾਲੀ ਗੱਲ ਹੈ ਕਿ ਗੁਰੂ ਸਾਹਿਬਾਨ ਨੇ ਆਪਣੀ ਹਯਾਤੀ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੱਕ ਸਾਰੇ 10 ਦੇ 10 ਗੁਰੂ ਸਾਹਿਬਾਨ ਨੇ ਸਿੱਖ ਸੰਗਤਾਂ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਗੁਰੂ ਸ਼ਬਦ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪਾਰ ਬ੍ਰਹਮ ਪਰੰਪਰ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ, ਕਿ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਉਹੀ ਸਾਡਾ ਗੁਰੂ ਹੈ ਤੇ ਉਹ ਸ਼ਬਦ ਰੂਪ ਵਿੱਚ ਵਿਚਰ ਰਿਹਾ ਹੈ। ਸੋ ਗੁਰੂ ਸਾਹਿਬ ਜੀ ਨੇ ਸਿੱਧਾ ਨੂੰ ਆਖਿਆ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿ ਮੇਰਾ ਗੁਰੂ ਸ਼ਬਦ ਗੁਰੂ ਹੈ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੋਪਾਲ ਜੀ ਦੇ ਸਰੀਰ ਦੇ ਅੰਦਰੋਂ, ਭਾਵ ਉਹਨਾਂ ਦੇ ਮੁਖਾਰ ਬਿੰਦ 'ਚੋਂ ਜਪਜੀ ਸਾਹਿਬ ਦਾ ਉਚਾਰਨ ਹੋ ਰਿਹਾ ਹੈ। ਸ਼ਬਦ ਗੁਰੂ ਨੂੰ ਸੀਸ ਝੁਕਾਉਂਦਿਆਂ ਗੁਰੂ ਹਰਗੋਬਿੰਦ ਸਾਹਿਬ ਨੇ ਦੋਵੇਂ ਹੱਥ ਜੋੜ ਕੇ ਭਾਈ ਗੋਪਾਲ ਜੀ ਵੱਲ ਝੁਕ ਕੇ ਨਮਸਕਾਰ ਕੀਤੀ। ਸੋ ਪਠਿਓ ਮੰਗਲਾ ਚਰਨ ਬਹੋਰੀ, ਵਰਣਨ ਕੀਨ ਸਜੋ ਖਟ ਪੌਰੀ। ਫਿਰ ਭਾਈ ਗੋਪਾਲ ਜੀ ਨੇ ਮੰਗਲਾ ਚਰਨ ਪੜ੍ਹਿਆ, ਭਾਵ ਜਿਹੜਾ ਮੂਲ ਮੰਤਰ ਦੇ ਰੂਪ ਵਿੱਚ ਹੈ, ਔਰ ਗੁਰੂ ਨਾਨਕ ਸਾਹਿਬ ਜੀ ਦੀ ਪੌੜੀ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਮੰਗਲਾਚਰਨ ਪੜ੍ਹਨ ਤੋਂ ਬਾਅਦ ਫਿਰ 6 ਪੌੜੀਆਂ ਤੱਕ ਭਾਈ ਗੋਪਾਲ ਜੀ ਨੇ ਪਾਠ ਕਰ ਦਿੱਤਾ, ਜਿੱਥੇ ਬਚਨ ਆਉਂਦੇ ਨੇ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। 6 ਪੌੜੀਆਂ ਪਾਠ ਕਰਕੇ ਜੇ ਜੁਗ ਚਾਰੇ ਜੁਤ ਅਨੁਰਾਗ, ਪਠੀ ਕਹਿਓ ਜਿਸ ਮੈਂ ਬਹਿਰਾਗ। ਫਿਰ ਭਾਈ ਗੋਪਾਲ ਜੀ ਨੇ 7ਵੀਂ ਪੌੜੀ, ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ, ਇਸ ਪੌੜੀ ਨੂੰ ਬੜੇ ਪ੍ਰੇਮ ਸਹਿਤ ਪੜ੍ਹਿਆ, ਜਿਸ ਪੌੜੀ ਦੇ ਵਿੱਚ ਬੈਰਾਗ ਦੀ ਗੱਲ ਕੀਤੀ ਗਈ ਹੈ। ਬੌਰ ਚਤੁਰਪਟ ਸ਼ਰਵਣ ਮਹਾਤਮ, ਕਰ ਬੇਸ਼ਰਵਣ ਬ੍ਰਹਮ ਅਨੰਦਾਤਮ। ਫਿਰ ਭਾਈ ਗੋਪਾਲ ਜੀ ਨੇ 8ਵੀਂ 9ਵੀਂ 10ਵੀਂ ਤੇ 11ਵੀਂ ਪੌੜੀ, ਜਿਨ੍ਹਾਂ ਦੇ ਵਿੱਚ ਸੁਣਨ ਦਾ ਮਹਾਤਮ ਗੁਰੂ ਸਾਹਿਬ ਜੀ ਨੇ ਦਰਸਾਇਆ ਹੈ। ਤੇ 4 ਪੌੜੀਆਂ ਦੇ ਅਖੀਰਲੇ 2 ਬਚਨ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ, ਦੁੱਖ ਪਾਪ ਕਾ ਨਾਸ਼, ਕੇ ਬਾਣੀ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸੋ ਸੁਣਨ ਵਾਲੀਆਂ 4 ਪੌੜੀਆਂ ਦਾ ਜਾਪ ਭਾਈ ਗੋਪਾਲ ਜੀ ਨੇ ਕੀਤਾ। ਬੌਰ ਮੰਨਨ ਕੀ ਪਵਰੀ 4, ਕਰੀ ਸੁਨਾਵਣ ਸ਼ੁੱਧ ਉਚਾਰ। ਫਿਰ ਭਾਈ ਗੋਪਾਲ ਜੀ ਨੇ ਮੰਨਣ ਵਾਲੀਆਂ ਜਿਹੜੀਆਂ 4 ਪੌੜੀਆਂ, ਉਹਨਾਂ ਦਾ ਸ਼ੁੱਧ ਉਚਾਰਨ ਕਰਕੇ ਸਤਿਗੁਰੂ ਜੀ ਨੂੰ ਸੁਣਾਇਆ। ਉਹਨੇ ਪਟਤ ਭਾ ਪੰਚ ਪ੍ਰਵਾਨ, ਨਿਧ ਆਸਨ ਜੈ ਕੀਨ ਬਖਾਨ। ਫਿਰ ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਇਹ ਪੌੜੀ ਪੜ੍ਹੀ ਹੈ, ਜਿਸ ਵਿੱਚ ਨਿਧ ਆਸਣ ਦਾ ਬਾਰ-ਬਾਰ ਜ਼ਿਕਰ ਕੀਤਾ ਗਿਆ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਸਾਖਿਆਤਕਾਰ ਪੁਨ ਪਰਤੁਕ ਇਹ 4।
ਕਹਿੰਦੇ 4 ਤੁਕਾਂ ਨੇ ਪਰਮਾਤਮਾ ਦੇ ਪ੍ਰਤੱਖ ਸਰੂਪ ਦੇ ਗਿਆਨ ਨੂੰ ਬਿਆਨ ਕਰਦੀਆਂ। ਬਾਰ-ਬਾਰ ਪਰਮਾਤਮਾ ਦੀ ਹੋਂਦ ਨੂੰ ਦਰਸਾਇਆ ਗਿਆ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪੰਚ ਪ੍ਰਵਾਨ ਵਾਲੀ ਪੌੜੀ ਪੜ੍ਹਦੇ ਨੇ। ਉਸ ਤੋਂ ਬਾਅਦ ਪਠੀ ਅਸੰਖਣ ਪਵਰੀ, ਫੇਰ ਸ਼ਕਤ ਸ਼ਾਂਤ ਕੀ ਪ੍ਰਥਮ ਸੁਹੇਲ। ਫਿਰ ਅਸੰਖਾਂ ਵਾਲੀ ਪੌੜੀ ਦਾ ਜਾਪ ਕਰਦੇ ਨੇ, ਜਿਸ ਵਿੱਚ ਸ਼ਾਂਤ ਕੀ ਬਿਰਤੀ ਦਾ ਜ਼ਿਕਰ ਕੀਤਾ ਗਿਆ ਹੈ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਇਸ ਪੌੜੀ ਦਾ ਜਾਪ ਕੀਤਾ। ਫਿਰ ਬੌਰ ਤਾਮਸੀ ਸ਼ਕਤ ਬਖਾਨੀ, ਜਿਨ ਕੋ ਅੰਤ ਨ ਕਿਨਹੁ ਜਾਨੀ। ਫਿਰ ਤਾਮਸੀ ਸ਼ਕਤੀਆਂ ਦਾ ਜ਼ਿਕਰ ਕੀਤਾ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਸੋ ਇਸ ਤਰ੍ਹਾਂ ਕਹਿੰਦੇ ਨੇ 4 ਪ੍ਰਕਾਰਨ ਬ੍ਰਹਮ ਜੁਗਿਆਨ, ਸਕਲ ਸੁਨਾ ਮਨ ਕੀਨ ਬਖਾਣ। ਫਿਰ 4 ਤਰ੍ਹਾਂ ਦਾ ਜੋ ਬ੍ਰਹਮ ਗਿਆਨ ਹੈ ਉਹ ਸਾਰਾ ਪਾਠ ਭਾਈ ਗੋਪਾਲ ਜੀ ਨੇ ਸਤਿਗੁਰੂ ਜੀ ਨੂੰ ਬੋਲ ਕੇ ਸੁਣਾਇਆ। ਉਸ ਬ੍ਰਹਮਾ ਦੀ ਪਾਰ ਬ੍ਰਹਮ ਪਰਮਾਤਮਾ ਦੀ ਬੇਅੰਤਤਾ ਬਾਰੇ ਜਪਜੀ ਸਾਹਿਬ ਵਿੱਚ ਜੋ ਜ਼ਿਕਰ ਕੀਤਾ ਉਹਦੇ ਬਾਰੇ ਭਾਈ ਗੋਪਾਲ ਜੀ ਨੇ ਸਾਰੀ ਬਾਣੀ ਪੜ੍ਹ ਕੇ ਸੁਣਾਈ ਹੈ। ਪੁਨ ਬੇਅੰਤਤਾ ਕਹੀ ਬ੍ਰਹਮ ਕੀ, ਜੀਵ ਈਸ਼ ਇਕਤਾ ਇਹ ਕਰ ਸਮ ਕੀ। ਫਿਰ ਈਸ਼ਵਰ ਤੇ ਜੀਵ ਦੀ ਜਿਹੜੀ ਸਮਾਨਤਾ ਦਰਸਾ ਕੇ ਪਰਮਾਤਮਾ ਦੀ ਏਕਤਾ ਬਾਰੇ ਦਰਸਾਇਆ ਗਿਆ। ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਇਹ ਪੌੜੀ ਭਾਈ ਗੋਪਾਲ ਜੀ ਨੇ ਪੜ੍ਹੀ ਹੈ। ਸਣੇ ਸਣੇ ਸਭ ਕੀਨ ਸੰਭਾਰ, ਮਾਤਰਾ ਵਰਨ ਭਲੇ ਨਿਰਧਾਰ। ਭਾਈ ਗੋਪਾਲ ਜੀ ਨੇ ਹੌਲੀ ਹੌਲੀ ਬੜੇ ਧਿਆਨ ਦੇ ਨਾਲ, ਸ਼ੁੱਧਤਾ ਦੇ ਨਾਲ ਐਨ ਇੱਕ ਇੱਕ ਅੱਖਰ, ਇੱਕ ਇੱਕ ਮਾਤਰਾ ਨੂੰ ਚੰਗੀ ਤਰ੍ਹਾਂ ਨਿਖੇੜ ਕੇ ਜਪਜੀ ਸਾਹਿਬ ਦਾ ਪਾਠ ਸਤਿਗੁਰੂ ਜੀ ਨੂੰ ਸੁਣਾਇਆ। ਸੁਣ ਸਤਿਗੁਰ ਤਬ ਹਿਰਦੈ ਵਿਚਾਰੀ, ਜਪ ਕੇ ਸਮ ਕਿਆ ਵਸਤ ਉਦਾਰੀ। ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜਦੋਂ ਬਾਣੀ ਸੁਣ ਰਹੇ ਨੇ, ਭਾਈ ਗੋਪਾਲ ਬੜੀ ਸ਼ਰਧਾ ਭਾਵਨਾ ਪਿਆਰ ਵਿੱਚ ਭਿੱਜ ਕੇ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾ ਰਹੇ ਨੇ। ਤੇ ਸਤਿਗੁਰੂ ਜੀ ਦੇ ਮਨ ਵਿੱਚ ਇੱਕ ਵਿਚਾਰ ਆਈ ਕਿ ਜਿੰਨੀ ਭਾਵਨਾ ਦੇ ਨਾਲ ਭਾਈ ਗੋਪਾਲ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾ ਰਿਹਾ ਹੈ, ਉਹ ਕਿਹੜੀ ਵਸਤੂ ਹੈ ਜਿਹੜੀ ਭਾਈ ਗੋਪਾਲ ਜੀ ਨੂੰ ਇਸ ਜਪਜੀ ਸਾਹਿਬ ਜੀ ਦੀ ਬਾਣੀ ਸੁਣਾਉਣ ਦੇ ਇਵਜ਼ ਵਜੋਂ, ਭੇਟਾ ਵਜੋਂ ਇਹਨੂੰ ਦਿੱਤੀ ਜਾ ਸਕੇ। ਸਤਿਗੁਰੂ ਸੋਚ ਰਹੇ ਨੇ, ਜੋ ਇਸ ਕੋ ਅਬ ਦੈਬੋਂ ਕਰੇ, ਕੋਏ ਨ ਸਮਤਾ ਕਿਉਂ ਹੁ ਨਾ ਧਰੈ। ਸਤਿਗੁਰੂ ਸੋਚਦੇ ਨੇ ਕਿ ਜਪਜੀ ਸਾਹਿਬ ਦਾ ਪਾਠ ਭਾਈ ਗੋਪਾਲ ਕਿਸ ਭਾਵਨਾ ਨਾਲ ਸੁਣਾ ਰਿਹਾ ਹੈ। ਸਤਿਗੁਰੂ ਸੋਚਦੇ ਨੇ ਇਹਨੂੰ ਕਿਹੜੀ ਚੀਜ਼ ਦੇਵਾਂਗੇ। ਕੋਈ ਕਿਸੇ ਤਰ੍ਹਾਂ ਦੀ ਵੀ ਚੀਜ਼ ਨਹੀਂ ਹੈ ਜਿਹੜੀ ਇਸ ਜਪਜੀ ਸਾਹਿਬ ਦੀ ਬਾਣੀ ਦੀ ਭੇਟਾ ਦੇ ਰੂਪ ਵਿੱਚ ਇਹਦੀ ਬਰਾਬਰੀ ਕਰ ਸਕਦੀ ਹੋਵੇ ਕਿ ਇਹ ਚੀਜ਼ ਇਸ ਬਾਣੀ ਦੇ ਜਾਪ ਬਦਲੇ ਇਹਨੂੰ ਦਿੱਤੀ ਜਾ ਸਕਦੀ ਹੋਵੇ। ਸਤਿਗੁਰੂ ਸੋਚ ਰਹੇ ਨੇ, ਜੋ ਸਗਰੇ ਜਗ ਕੀ ਗੁਰੇ ਆਈ, ਇਹ ਦੈ ਹੈ ਨਿਸ਼ਚੈ ਠਹਿਰਾਈ। ਸੋਚ ਸੋਚ ਕੇ ਸਤਿਗੁਰੂ ਜੀ ਦੇ ਮਨ ਵਿੱਚ ਇਹ ਵਿਚਾਰ ਆਈ ਕਿ ਸਾਰੇ ਸੰਸਾਰ ਦੀ ਜੇ ਸਭ ਤੋਂ ਸ੍ਰੇਸ਼ਟ ਕੋਈ ਵਸਤੂ ਹੈ ਤੇ ਗੁਰੂ ਨਾਨਕ ਦੀ ਗੁਰਿਆਈ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਵਿਚਾਰ ਇਹ ਬਣਾ ਲਈ ਕਿ ਭਾਈ ਗੋਪਾਲ ਨੂੰ ਗੁਰੂ ਨਾਨਕ ਦੀ ਗੁਰਿਆਈ ਦਾ ਮਾਲਕ ਬਣਾ ਦੇਣਾ, ਕਿ 7ਵਾਂ ਗੁਰੂ ਭਾਈ ਗੋਪਾਲ ਨੂੰ ਬਣਾ ਦੇਣਾ, ਜਿਸ ਭਾਵਨਾ ਨਾਲ ਇਹਨੇ ਪ੍ਰੇਮ ਵਿੱਚ ਭਿੱਜ ਕੇ ਬਾਣੀ ਦਾ ਜਾਪ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਮਨ ਵਿੱਚ ਇਹ ਵਿਚਾਰ ਪੱਕੀ ਕਰ ਲਈ ਹੈ ਕਿ ਭਾਈ ਗੋਪਾਲ ਜੀ ਨੂੰ ਗੁਰੂ ਨਾਨਕ ਦੀ ਜੋਤ ਦਾ ਮਾਲਕ ਬਣਾ ਦੇਣਾ। ਪਰ ਦੂਸਰੇ ਪਾਸੇ ਨਾਨਕ ਨਦਰੀ ਨਦਰ ਨਿਹਾਲ, ਇਹ ਤੁਕ ਪਠੀ ਪ੍ਰੀਤ ਕੇ ਨਾਲ। ਜਦੋਂ ਭਾਈ ਗੋਪਾਲ ਜੀ ਨੇ ਬੜੀ ਪ੍ਰੀਤ ਦੇ ਨਾਲ, ਬੜੀ ਭਾਵਨਾ ਦੇ ਨਾਲ ਆਹ ਤੁਕ ਪੜ੍ਹੀ ਕਿ ਨਾਨਕ ਨਦਰੀ ਨਦਰ ਨਿਹਾਲ, ਉਸ ਵੇਲੇ ਕਹਿੰਦੇ ਤਬ ਸਤਿਗੁਰ ਮਨ ਮੋਦ ਉਪਾਇਓ, ਜਾਨੂ ਉਠਬੇ ਹੇਤ ਉਠਾਇਓ। ਜਦੋਂ ਭਾਈ ਗੋਪਾਲ ਜੀ ਨੇ ਇਹ ਆਖਰੀ ਤੁਕ ਪੜ੍ਹੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਵਿੱਚ ਬੜਾ ਆਨੰਦ ਪੈਦਾ ਹੋਇਆ ਕਿ ਇਹਨੇ ਸਾਰੇ ਜਪਜੀ ਸਾਹਿਬ ਦੀ ਬਾਣੀ ਪੜ੍ਹੀ, ਇੱਕ ਵੀ ਫੁਰਨਾ ਇਹਦੇ ਮਨ ਵਿੱਚ ਨਹੀਂ ਆਇਆ। ਤੇ ਸਤਿਗੁਰੂ ਜੀ ਗੁਰਿਆਈ ਤੋਂ ਉਸ ਸਿੰਘਾਸਣ ਤੋਂ ਉੱਠਣ ਲੱਗੇ ਨੇ ਕਿ ਇਸ ਸਿੰਘਾਸਣ 'ਤੇ ਹੁਣ ਭਾਈ ਗੋਪਾਲ ਨੂੰ ਬਿਠਾ ਦੇਣਾ ਹੈ। ਸਤਿਗੁਰੂ ਜੀ ਨੇ ਉੱਠਣ ਵਾਸਤੇ ਜਦੋਂ ਗੋਡਾ ਉਤਾਂਹ ਚੁੱਕਿਆ, ਤਿਲਕ ਦੇਣ ਕੋ ਚਾਹਿਓ ਹਿਰਦੈ, ਸਿੱਖਣੇ ਕਰਿਓ ਮਨੋਰਥ ਤਬੈ। ਤੇ ਭਾਈ ਗੋਪਾਲ ਉਹਨੂੰ ਸਤਿਗੁਰੂ ਜੀ ਨੇ ਗੁਰਿਆਈ ਦਾ ਤਿਲਕ ਦੇਣ ਵਾਸਤੇ ਮਨ ਬਣਾ ਲਿਆ।
कि सतगुरु जी सोचते ने इनू गुरियाई ते इस सिंघासन ते बिठा के ते गुरियाई दा तिलक दे देना है। पर उस वेले भाई गोपाल जी उहदे मन दे विच एक इच्छा पैदा हो गई, रहियो पंचमो है बडमोल सो मैं लियो गुरु ते बोल। हुण मन विच सोचदा है कि गुरु साहब जी नूं वड्डे मुੱਲ वाले 5 घोड़े सिख ने भेंट कीते, 4 घोड़े सतगुरु ने वंड दिते ने, 5वां घोड़ा बच गया ते गुरु साहब जी दे कोलों मैं वो 5वां घोड़ा मंग के लवांगा। जीन समेत पाए कर सो चढ़ों तिसी पर मन मुद हो। कहंदे वो घोड़ा काठी समेत सतगुरु जी दे कोलों मंग के प्राप्त करांगा। जदों उहदे ते सवार होवांगा ते मेरे मन नूं बड़ी खुशी मिलेगी। अस असव पर होवन असवार पाए पृथ्वी पर सुरग बहार। ते भाई गोपाल दे मन विच एक ख्याल आया, कहंदा जदों मैं इन्ने सोहणे घोड़े ते सवार होवांगा ते उस घोड़े दी सवारी ते धरती ते स्वर्ग मानण दे बराबर है ना। कहंदा बड़ा खुश होवांगा, बड़ा आनंद मिलेगा मन नूं। जिसको देख सिहावत नैन सो मोको गुर कर है दैन। कहंदा जिस घोड़े नूं वेख के अखां ललचाईयां जांदियां वो एडा सोहਣਾ घोड़ा है। गुरु साहब जी नूं कहांगा कि सतगुरु वो घोड़ा देण ते सतगुरु जरूर वो घोड़ा मैनू देणगे। क्यों मुख मांगियो दै है कहलीन एव मनोरथ को मन कीन। कहंदे सतगुरु ने तो आख्या मूँह मंगी चीज़ देवांगे ते मैं गुरु साहब जी कोलों घोड़ा मंग लैणा है। सिख दे मन विच फुरना पैदा हो गया। गुरु साहब उन्होंने गुरु नानक दी जोत दा मालक बनाउंदे पए ने, पर साचा सतगुर क्या करे जो सिखां मैं चूक। हुण सिख दे मन विच फुरना आ गया घोड़े दा ते गरीब निवाज सतगुरु जिहड़े सिंघासन तो उठ ही पैण लगे सी दोबारा सिंघासन ते बैठ गए। जबे पिक्यो गुर चरण उठायो प्रभ माया ने तब विच लायो। कहंदे जदों गुरु हरगोबिंद साहब सिंघासन तो उठण लगे सी ना, पैर उतां चुक लए सी ते भाई गोपाल दे मन नूं माया ने डुला दिता, भटका दिता। समझियो हृदय गुरु अब चले सुने श्लोक न सफल मिले। भाई गोपाल दे मन विच एक ख्याल आया कि शायद सतगुरु जी उठ के चले जाणगे ते अगों श्लोक सुनन तो बाद सतगुरु मेरे मन की भावना नहीं सुनणगे, मैनू घोड़ा नहीं देणगे। तो ये सोच के भाई गोपाल दे मन दे विच फुरना पैदा हो गया। विफल मनोवरत होवत दीखा रहो शूश मैं प्रथम शरीखा। उन्हें मन विच सोचा कि शायद मेरे मन की भावना अधूरी रह जाएगी तो पहला की तरह मैं खाली रह जाना है। सतगुरु जी दे पैर सिंघासन तो चुकण दे तौर पर जदों सतगुरु जी ने पैर चुकया तो भाई गोपाल के मन में हलचल पैदा होगी किते सतगुरु उठ के चले ना जान। लख उर की गुर अंतर जामी बोले कहाँ कीण तै कामी। जदों भाई गोपाल के मन में ख्याल पैदा हो गया तो गरीब निवाज सतगुरु कहन लगे मना वो भाई गोपाल दे मना तू एक कैसी इच्छा धारण कर ली है, ये किस तरह की मन विच तू इच्छा धारण कर लई। बिना मनोरथ जपजी सारो पूरब जम जे समझे सकल उचारो। सतगुरु कहन लगे भाई गोपाल तू बिना स्वार्थ सारे जपजी साहब का पाठ किया, जे किते पहलां दी तरह सारा पाठ बिना मन विच फुरने ते बिना किसी इच्छा की निष्काम भावना दे नाल करदा ना ते श्री नानक गादी वडियाई सगरे जग की बर गुरियाई। सतगुरु कहन लगे तैनूं सारे संसार की श्रेष्ठ गुरियाई श्री गुरु नानक साहब जी की गद्दी की वडियाई मिलनी सी, तैनूं गुरु नानक की गद्दी का मालक बना देना सी। सो हम दैन उठते इस समय जिसके अगर तलोकी नਵੇਂ। गुरु साहब कहन लगे भाई गोपाल तू जपजी साहब का पाठ किया, इस बाणी की भेटा के रूप विच असी तैनूं गुरु नानक की गुरियाई देण लई उठे सी। जिस गुरु नानक की गद्दी अगे 3 लोग नमस्कारां करते ने वो गुरु नानक की गद्दी असी तैनूं दे देनी सी, पर कहाँ करें बस तुहे ना कोई जहाँ उचित होए पहुँचै सोई। पर सतगुरु कहंदे हुण असी की कर सकते हैं, असल विच तेरे भी वस विच नहीं है। मनुख उस थां ते ही पहुँचता है जिस थां दे वो जोग हुंदा है। भाव उही चीज़ मनुख की झोली विच पैंदी है जो उहदी योग्यता हुंदी है। सो अब भी धन जन्म तव भयो जन्म मरण दुख सब मिट गयो। सतगुरु कहन लगे हुण भी तेरा जपजी साहब का कीता पाठ व्यर्थ नहीं है, तुहाडा जन्म धन है, जन्म मरण के दुख दूर होणगे ते करियो मनोरथ जो अब जैसे।
ਮੋਹ ਸੋ ਲੀਜੋ ਨੈ ਬਿਲਮੋ। ਜੈਸੇ ਸਤਿਗੁਰੂ ਕਹਿਣ ਲੱਗੇ ਜੋ ਤੁਸੀਂ ਮਨ ਵਿੱਚ ਧਾਰਨ ਕੀਤਾ ਹੈ, ਜਿਸ ਤਰ੍ਹਾਂ ਦੀ ਇੱਛਾ ਮਨ ਵਿੱਚ ਧਾਰਨ ਕੀਤੀ ਹੈ, ਉਹ ਫਲ ਤੁਹਾਨੂੰ ਜ਼ਰੂਰ ਮਿਲੇਗਾ। ਬਿਨਾਂ ਦੇਰੀ ਮਨ ਇਛਤ ਦਾਤ ਤੁਹਾਨੂੰ ਦਿੱਤੀ ਜਾਏਗੀ। ਕਹਿ ਕਰ ਸੋ ਘੋਰਾ ਮੰਗਵਾਇਓ, ਸੁੰਦਰ ਜਿਸ ਪਰ ਜੀਨ ਸੁਹਾਇਓ। ਇਹ ਬਚਨ ਕਹਿ ਕੇ ਸਤਿਗੁਰੂ ਜੀ ਨੇ ਉਹ ਪੰਜਵਾਂ ਘੋੜਾ ਕੋਲ ਮੰਗਵਾਇਆ, ਜਿਸ ਉੱਪਰ ਸੁੰਦਰ ਕਾਠੀ ਸ਼ੋਭ ਰਹੀ ਹੈ। 1.25 ਲੱਖ ਕੀ ਕੀਮਤ ਜਾਹੀ, ਹੋਏ ਪ੍ਰਸੰਨ ਬਖਸ਼ਤ ਭੇ ਤਾਹੀ। ਉਹ ਘੋੜਾ ਜਿਹਦਾ ਮੁੱਲ 1.25 ਲੱਖ ਰੁਪਈਏ ਹੈ, ਕਿ ਜਿਹੜੀ 1 ਲੱਖ ਰੁਪਈਆ ਘੋੜੇ ਦਾ ਮੁੱਲ ਸੀ ਅਤੇ 25,000 ਦੀ ਮਨ ਉਹਦੇ 'ਤੇ ਕਾਠੀ ਹੋਈ ਪਈ ਹੋਈ ਸੀ, ਸੋਨੇ ਦੇ ਹੀਰੇ ਰਤਨ ਜਵਾਹਰ ਜੜੇ ਹੋਏ ਸੀ ਜਿਸ ਵਿੱਚ। ਸੋ 1.25 ਲੱਖ ਰੁਪਈਏ ਦਾ ਘੋੜਾ ਜਿਹਦਾ ਮੁੱਲ ਉਸ ਵਕਤ ਦਾ ਸੀ, ਉਹ ਘੋੜਾ ਸਤਿਗੁਰੂ ਜੀ ਨੇ ਭਾਈ ਗੋਪਾਲ ਜੀ ਨੂੰ ਬਖਸ਼ਿਸ਼ ਕੀਤਾ। ਅਤੇ ਸਤਿਗੁਰੂ ਜੀ ਨੇ ਉਹਨੂੰ ਕਹਿੰਦੇ ਨੇ ਬਸਤਰ ਵਿਭੂਖਣ ਧਨ ਕੁਛ ਔਰ ਦੇਤ ਪਏ ਸੋਢੀ ਸਿਰਮੌਰ। ਕੇਵਲ ਘੋੜਾ ਹੀ ਨਹੀਂ, 1.25 ਲੱਖ ਦਾ ਤੇ ਸਤਿਗੁਰੂ ਨੇ ਉਹਨੂੰ ਘੋੜਾ ਭੇਟ ਕੀਤਾ। ਉਹਦੇ ਤੋਂ ਇਲਾਵਾ ਸੋਢੀ ਵੰਸ਼ ਦੇ ਸਿਰਤਾਜ ਸਤਿਗੁਰੂ ਜੀ ਨੇ ਭਾਈ ਗੋਪਾਲ ਜੀ ਨੂੰ ਬਸਤਰ ਦਿੱਤੇ, ਬਹੁਤ ਸਾਰੇ ਗਹਿਣੇ ਦਿੱਤੇ ਅਤੇ ਬਹੁਤ ਸਾਰਾ ਧਨ ਸਤਿਗੁਰੂ ਜੀ ਨੇ ਭੇਟ ਕੀਤਾ। ਕਾਹਦੇ ਬਦਲੇ? ਇੱਕ ਜਪਜੀ ਸਾਹਿਬ ਜੀ ਦਾ ਸ਼ੁੱਧ ਪਾਠ ਸੁਣਾਉਣ ਦੇ ਬਦਲੇ।